ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੇ ਵੀਜ਼ੇ ਬਾਰੇ ਟਰੂਡੋ ਨੇ ਦਿੱਤਾ ਭਰੋਸਾ। ਟੀਆਰ ਵੀਜ਼ੇ ਵੱਲ ਦਿੱਤਾ ਜਾ ਰਿਹਾ ਧਿਆਨ। 3 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਵੱਡੀ ਖਬਰ, ਕਈਆਂ ਨੂੰ ਮਿਲੇ ਪੀਆਰ ਦੇ ਸੱਦੇ। ਟੋਰਾਂਟੋ ਦੇ ਮੇਅਰ ਨੇ ਦਿੱਤਾ ਅਸਤੀਫਾ, ਕਾਰਨ ਨੇ ਕੀਤਾ ਕਈਆਂ ਨੂੰ ਹੈਰਾਨ। ਹੈਲਥ ਫੰਡਿੰਗ ਦੀ ਬੈਠਕ ਤੋਂ ਪਹਿਲਾਂ ਬੋਲੇ ਫੋਰਡ, ਸੋਮਵਾਰ ਨੂੰ ਹੋਵੇਗੀ ਅਹਿਮ ਬੈਠਕ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀਜ਼ਾ ਸੰਬੰਧੀ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਭਰੋਸਾ ਵੀ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਟੀਆਰ ਵੀਜ਼ੇ ਜਿਹੜੇ ਨੇ ਉਹਨਾਂ ਵੱਲ ਖਾਸ ਤੌਰ ਦੇ ਉੱਪਰ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ ਸੀ, ਜਿੱਥੇ ਕੁਝ ਵਿਦਿਆਰਥੀ ਆਪਣਾ ਪੱਖ ਉਹਨਾਂ ਅੱਗੇ ਰੱਖਦੇ ਹੋਏ ਦਿਖਾਈ ਦਿੱਤੇ ਕਿ ਕਿਵੇਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀਜ਼ਾ ਨਹੀਂ ਮਿਲਦਾ ਤੇ ਇਹ ਵੀਜ਼ਾ ਰਿਜੈਕਟ ਹੋ ਜਾਂਦਾ ਹੈ। ਟੀਆਰ ਵੀਜ਼ੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ, ਜਿੱਥੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਟੈਂਪਰੇਰੀ ਵੀਜ਼ਾ ਵਾਸਤੇ ਲਿਬਰਲ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਹਨਾਂ ਵੱਲੋਂ ਇਮੀਗ੍ਰੇਸ਼ਨ ਸਿਸਟਮ ਵਿੱਚ ਤੇਜ਼ੀ ਲਿਆਉਣ ਸੰਬੰਧੀ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਵੱਲੋਂ ਸ਼ਾਰਟ ਟਰਮ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਦਾ ਵੀ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਅਜੇ ਵੀ ਇਸ ਤਰ੍ਹਾਂ ਗੱਲ ਕਰਦਾ ਹੈ ਕਿ ਜੇਕਰ ਤੁਸੀਂ ਇਮਾਨਦਾਰੀ ਦੇ ਨਾਲ ਜਿੰਨਾ ਸਮਾਂ ਵੀਜ਼ਾ ਮਿਲਿਆ ਉਨਾ ਸਮਾਂ ਰਹਿੰਦੇ ਹੋ ਤਾਂ ਵਧੀਆ ਹੋਵੇਗਾ। ਪਰ ਦੂਜੇ ਪਾਸੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕੈਨੇਡਾ ਵਿੱਚ ਰਹਿੰਦੇ ਨੇ ਤੇ ਉਹ ਪੱਕੇ ਤੌਰ ਤੇ ਕੈਨੇਡਾ ਆਉਣਾ ਚਾਹੁੰਦੇ ਨੇ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਟਵਾ ਵਿੱਚ ਕੁਝ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ, ਜਿਨ੍ਹਾਂ ਵਿੱਚ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਵੀ ਸਨ। ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਵੀਜ਼ਾ ਸੰਬੰਧੀ ਦਿੱਕਤਾਂ ਆ ਰਹੀਆਂ ਨੇ। ਇੱਕ ਵਿਦਿਆਰਥੀ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਗਈ ਕਿ ਉਹ ਕੈਨੇਡਾ ਵਿੱਚ 7 ਮਹੀਨੇ ਲਈ ਹਸਪਤਾਲ ਰਹੀ ਤੇ ਉਸ ਦੀ ਮਾਂ ਵੱਲੋਂ ਕਈ ਵਾਰ ਉਪਰਾਲਾ ਕੀਤਾ ਗਿਆ ਕਿ ਉਸ ਨਾਲ ਉਸ ਦੀ ਮੁਲਾਕਾਤ ਹੋ ਜਾਵੇ, ਪਰ ਵੀਜ਼ਾ ਵਿੱਚ ਸਮੱਸਿਆ ਆਈ ਤੇ ਉਸ ਦੀ ਮਾਂ ਇੱਥੇ ਨਹੀਂ ਆ ਸਕੀ। ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ। ਇਸ ਬਾਰੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡੀਅਨਸ ਨੂੰ ਇਮੀਗ੍ਰੇਸ਼ਨ ਸਿਸਟਮ ਤੇ ਭਰੋਸਾ ਰੱਖਣ ਦੀ ਜ਼ਰੂਰਤ ਹੈ ਤੇ ਉਹਨਾਂ ਵੱਲੋਂ ਇਸ ਸੰਬੰਧੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨਾਲ ਗੱਲ ਕਰਨ ਦੀ ਵੀ ਸਲਾਹ ਦਿੱਤੀ ਗਈ। 3 ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ, ਜਿੱਥੇ 3 ਸੂਬਿਆਂ ਵੱਲੋਂ ਇਮੀਗ੍ਰੇਸ਼ਨ ਦੇ ਡਰਾਅ ਕੱਢੇ ਗਏ। ਇੱਥੇ ਉਮੀਦਵਾਰਾਂ ਨੂੰ ਪੀਆਰ ਦੇ ਇਨਵੀਟੇਸ਼ਨ ਜਾਰੀ ਕੀਤੇ ਗਏ। ਪ੍ਰੋਵਿੰਸਸ ਵੱਲੋਂ ਇਹਨਾਂ ਪੀਐਨਪੀ ਡਰਾਅ ਦੇ ਬਾਰੇ ਹੁਣ ਡਿਟੇਲ ਸਾਂਝੀ ਕੀਤੀ ਗਈ ਹੈ। 3 ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਕਈ ਉਮੀਦਵਾਰਾਂ ਨੂੰ ਪੀਆਰ ਲਈ ਸੱਦੇ ਜਾਰੀ ਕੀਤੇ ਗਏ। ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਵੱਲੋਂ ਪੀਐਨਪੀ ਡਰਾਅ ਕੱਢੇ ਗਏ, ਜਿਸ ਦੇ ਨਤੀਜੇ ਉਹਨਾਂ ਵੱਲੋਂ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ 4 ਫਰਵਰੀ ਤੋਂ 10 ਫਰਵਰੀ ਦੌਰਾਨ ਜਿਹੜੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਉਸ ਬਾਰੇ ਦੱਸਿਆ ਗਿਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਓਨਟਾਰੀਓ ਸੂਬੇ ਦੀ। ਓਨਟਾਰੀਓ ਸੂਬੇ ਵੱਲੋਂ 510 ਸੱਦੇ ਜਾਰੀ ਕੀਤੇ ਗਏ। ਇਹ ਇਨਵੀਟੇਸ਼ਨ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਸਨ, ਜਿਸ ਦਾ ਐਲਾਨ 9 ਫਰਵਰੀ ਦੌਰਾਨ ਕੀਤਾ ਗਿਆ। ਉਮੀਦਵਾਰਾਂ ਕੋਲ 260 ਤੋਂ 499 ਦੇ ਵਿਚਕਾਰ ਸਕੋਰਸ ਹੋਣੇ ਜ਼ਰੂਰੀ ਰਹੇ। ਇੱਥੇ ਜਿਹੜੇ ਐਲੀਜੀਬਲ ਕੈਂਡੀਡੇਟ ਸੀ ਉਹਨਾਂ ਕੋਲ ਕੁਝ ਨੌਕਰੀਆਂ ਦੇ ਫੁੱਲ ਟਾਈਮ ਜੌਬ ਆਫਰ ਹੋਣੇ ਜ਼ਰੂਰੀ ਸਨ, ਜਿਨ੍ਹਾਂ ਦੇ ਨਾਮ ਕੁਝ ਇਸ ਤਰ੍ਹਾਂ ਨੇ: ਸੁਪਰਵਾਈਜ਼ਰਸ, ਮੋਟਰ ਟਰਾਂਸਪੋਰਟ ਐਂਡ ਅਦਰ ਗਰਾਊਂਡ ਟ੍ਰਾਂਜ਼ਿਟ ਆਪਰੇਟਰਸ, welders and related machine operators, telecommunications, line and cable installers and repairers, carpenters, painters and decorators। ਇਸ ਤੋਂ ਬਾਅਦ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 7 ਫਰਵਰੀ ਦੌਰਾਨ ਡਰਾਅ ਕੱਢਿਆ ਗਿਆ, ਜਿੱਥੇ 245 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਪ੍ਰੋਵਿੰਸ ਵੱਲੋਂ ਜੋ ਡਰਾਅ ਕੱਢਿਆ ਗਿਆ ਉਸ ਤਹਿਤ 102 ਪੁਆਇੰਟਸ ਹੋਣੇ ਜ਼ਰੂਰੀ ਰਹੇ। ਇਸ ਤੋਂ ਇਲਾਵਾ ਸੂਬੇ ਵੱਲੋਂ 25 अर्ਲੀ ਚਾਈਲਡਹੁੱਡ ਐਜੂਕੇਟਰਸ ਤੇ ਅਸਿਸਟੈਂਟਸ ਨੂੰ, ਜਿਸ ਵਾਸਤੇ 60 ਪੁਆਇੰਟਸ ਦੀ ਜ਼ਰੂਰਤ ਸੀ। 13 ਹੈਲਥ ਕੇਅਰ ਵਰਕਰਸ ਨੂੰ, ਜੋ ਕਿ ਸਕਿੱਲ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਤੇ ਐਕਸਪ੍ਰੈਸ ਐਂਟਰੀ ਦੀ ਕੈਟੇਗਰੀ ਦੇ ਨਾਲ ਜੁੜੇ ਹੋਏ ਸਨ, ਉਹਨਾਂ ਵਾਸਤੇ 60 ਪੁਆਇੰਟਸ ਹੋਣੇ ਜ਼ਰੂਰੀ ਰਹੇ। ਮੈਨੀਟੋਬਾ ਸੂਬੇ ਵੱਲੋਂ 9 ਫਰਵਰੀ ਨੂੰ ਡਰਾਅ ਐਲਾਨ ਕੀਤਾ ਗਿਆ, ਜਿੱਥੇ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦੇ ਜ਼ਰੀਏ 308 ਇਨਵੀਟੇਸ਼ਨ ਜਾਰੀ ਕੀਤੇ ਗਏ। ਸਕਿੱਲ ਵਰਕਰਸ ਇਨ ਮੈਨੀਟੋਬਾ ਤਹਿਤ 221 ਸੱਦੇ, ਜਿਸ ਵਾਸਤੇ 720 ਸਕੋਰਸ ਦੀ ਜ਼ਰੂਰਤ ਸੀ। ਸਕਿੱਲ ਵਰਕਰਸ ਓਵਰਸੀਜ਼ ਵਾਸਤੇ 32 ਸੱਦੇ, ਜਿਸ ਵਾਸਤੇ 709 ਸਕੋਰਸ ਦੀ ਜ਼ਰੂਰਤ ਸੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਤਹਿਤ 55 ਸੱਦੇ, ਜਿਸ ਵਾਸਤੇ ਕੋਈ ਵੀ ਸਕੋਰ ਦੀ ਜ਼ਰੂਰਤ ਨਹੀਂ ਸੀ, ਜਾਰੀ ਕੀਤੇ ਗਏ। ਇਸ ਤੋਂ ਇਲਾਵਾ 33 ਉਹਨਾਂ ਨੂੰ ਦਿੱਤੇ ਗਏ ਜਿਹੜੇ ਕਿ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਆਪਣੀ ਪ੍ਰੋਫਾਈਲ ਰੱਖਦੇ ਨੇ। ਟੋਰਾਂਟੋ ਦੇ ਮੇਅਰ ਵੱਲੋਂ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਗਿਆ। ਉਹਨਾਂ ਨੇ ਅਸਤੀਫੇ ਦੀ ਜਾਣਕਾਰੀ ਖੁਦ ਸਾਂਝੀ ਕੀਤੀ ਹੈ। ਇਸ ਦੇ ਪਿੱਛੇ ਕਾਰਨ ਵੀ ਉਹਨਾਂ ਵੱਲੋਂ ਦੱਸਿਆ ਗਿਆ, ਜਿਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ।
ਸਟਾਫ ਮੈਂਬਰ ਦੇ ਨਾਲ ਉਹਨਾਂ ਦਾ ਜੋ ਰਿਸ਼ਤਾ ਸੀ ਇਸ ਬਾਰੇ ਗੱਲ ਕਰਦੇ ਹੋਏ ਮੇਅਰ ਦਿਖਾਈ ਦਿੱਤੇ ਤੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ। ਟੋਰਾਂਟੋ ਦੇ ਮੇਅਰ ਵੱਲੋਂ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਕਈ ਹੈਰਾਨੀ ਵਿੱਚ ਨੇ। ਜੀ ਹਾਂ, ਟੋਰਾਂਟੋ ਦੇ ਮੇਅਰ ਜੌਨ ਟੋਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ। ਇਸ ਦਾ ਕਾਰਨ ਵੀ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ। ਟੋਰੀ ਵੱਲੋਂ ਆਪਣਾ ਰਿਸ਼ਤਾ ਸਿਟੀ ਸਟਾਫਰ ਨਾਲ ਮੰਨਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ। ਇਸ ਬਾਰੇ ਉਹ ਸੋਸ਼ਲ ਮੀਡੀਆ ਰਾਹੀਂ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਮੇਅਰ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। During the pandemic, I developed a relationship with an employee in my office in a way that did not meet the standards to which I hold myself as mayor and as a family man. The relationship ended by mutual consent earlier this year. During the course of our relationship, some time ago, the employee decided to pursue employment outside City Hall and secured a job elsewhere. I recognize that permitting this relationship to develop was a serious error in judgment on my part. It came at a time when Barb, my wife of 40 plus years, and I were enduring many lengthy periods apart while I carried out my responsibilities during the pandemic. As a result, I've decided that I will step down as mayor so that I can take the time to reflect on my mistakes and to do the work of rebuilding the trust of my family. I'll be working with the city manager, the city clerk, and the deputy mayor, Jennifer McKelvey, to ensure an orderly transition in the coming days. While I deeply regret having to step away from a job that I love in a city that I love even more, I believe in my heart it is best to fully commit myself to the work that is required to repair these most important relationships. As well, I think it is important, as I always have, for the office of the mayor not to be in any way tarnished and not to see the city government itself put through a period of prolonged controversy arising out of this error in judgment on my part, especially in light of some of the challenges that we face as a city. I'm deeply sorry, and I apologize unreservedly to the people of Toronto and to all of those hurt by my actions, including my staff, my colleagues on City Council, and the public service for whom I have such respect. Most of all, I apologize to my wife Barb and to my family, who I have let down more than anyone else. I hope the privacy of all of those impacted by my actions can be respected, and that includes me. I think, as you know, that I'm naturally a private person, notwithstanding some of the jobs that I've had over the years, and I hope you'll respect that and the privacy of everyone else as well, especially my wife and family. I've made the Integrity Commissioner aware of the relationship and asked him to review it. I want to thank the people of Toronto for trusting me as mayor. ਹੈਲਥ ਫੰਡਿੰਗ ਨੂੰ ਲੈ ਕੇ ਸੋਮਵਾਰ ਨੂੰ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਦੇ ਨਤੀਜੇ ਕੀ ਨਿਕਲਣਗੇ, ਅਜੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਵੱਲੋਂ ਫੰਡਿੰਗ ਸੰਬੰਧੀ ਪ੍ਰਸਤਾਵ ਲਿਆਂਦਾ ਗਿਆ, ਜੋ ਕਿ ਅਜੇ ਪ੍ਰੀਮੀਅਰਸ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਬੈਠਕ ਤੋਂ ਪਹਿਲਾਂ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਬੋਲੇ ਨੇ ਤੇ ਉਹਨਾਂ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਹੈਲਥਕੇਅਰ ਫੰਡਿੰਗ ਨੂੰ ਲੈ ਕੇ ਪ੍ਰੀਮੀਅਰਸ ਦੀ ਸੋਮਵਾਰ ਨੂੰ ਮੁਲਾਕਾਤ ਹੋਣ ਵਾਲੀ ਹੈ। ਬੈਠਕ ਤੋਂ ਪਹਿਲਾਂ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਨਾਲ ਹੀ ਉਹਨਾਂ ਵੱਲੋਂ ਇੱਕ ਆਸ ਦਾ ਵੀ ਪ੍ਰਗਟਾਵਾ ਕੀਤਾ ਗਿਆ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੈਲਥ ਫੰਡਿੰਗ ਸੰਬੰਧੀ ਜੋ ਪ੍ਰਸਤਾਵ ਲਿਆਂਦਾ ਗਿਆ, ਉਸ ਨੂੰ ਅਜੇ ਮਨਜ਼ੂਰ ਨਹੀਂ ਕੀਤਾ ਗਿਆ। ਇਸ ਸਭ ਨੂੰ ਲੈ ਕੇ ਪ੍ਰੀਮੀਅਰਸ ਵੱਲੋਂ ਸੋਮਵਾਰ ਵਾਲੇ ਦਿਨ ਬੈਠਕ ਕੀਤੀ ਜਾਵੇਗੀ। ਦੱਸ ਦਈਏ ਕਿ ਪ੍ਰੀਮੀਅਰਸ ਵੱਲੋਂ ਜਿੰਨੀ ਫੰਡਿੰਗ ਦੀ ਮੰਗ ਕੀਤੀ ਗਈ ਸੀ, ਅਜੇ ਫੈਡਰਲ ਸਰਕਾਰ ਵੱਲੋਂ ਉਨਾ ਪ੍ਰਸਤਾਵ ਨਹੀਂ ਲਿਆਂਦਾ ਗਿਆ। ਹੁਣ ਦੇਖਣਾ ਹੋਵੇਗਾ ਕਿ ਸੋਮਵਾਰ ਦੀ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ। ਬੈਠਕ ਤੋਂ ਪਹਿਲਾਂ ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਇਸ ਬਾਰੇ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Yeah, we had some cigars last night. It was great, and we're gonna sit down today and follow up with our meeting from last night. And he's, just a great person. We get along very well, and we're going to get this deal done. I have to make sure I get approval from all premiers, and make sure we always take care of the territories and the smaller provinces, but take care of everyone. And we're very, very close to crossing the T's and dotting the I's. And I'm just excited to get this done and move on to the next step, the economic development. We just need certainty, sustainability, and as you saw, Robert, when you were there, it was we were going off a cliff, but they're going to support us and help us out. So everyone's working well together. Can you give us a better idea on what you mean by sustainability? Well, just long term. After 10 years, where do we go? Yeah, where do we go beyond 10 years, 11, 12, and 13? But again, we can't move until we get
an approval from all the premiers, and we have a great group of premiers. But I have to get in. Yeah, we do. More help on home care, long-term care. It's absolutely critical, and I voiced my opinion last night. ਟੱਕਰ ਲੱਗਣ ਕਾਰਨ ਦੋ ਟੀਨੇਜਰ ਲੜਕੀਆਂ ਜ਼ਖਮੀ ਹੋਈਆਂ ਨੇ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋ ਲੜਕੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਡਰਾਈਵਰ ਵੱਲੋਂ ਵਾਹਨ ਦੀ ਟੱਕਰ ਲੱਗੀ ਹੈ ਉਹ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਰਹੀ ਤੇ ਉਸ ਵੱਲੋਂ ਜਾਂਚ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਰਿਚਮੰਡ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੌਰਾਨ ਦੋ ਟੀਨੇਜਰ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਰਿਚਮੰਡ ਦੇ ਰੋਡ ਦੇ ਉੱਪਰ ਇੱਕ ਹਾਦਸਾ ਵਾਪਰਿਆ ਜਿੱਥੇ ਦੋ ਟੀਨੇਜਰ ਲੜਕੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਕਿਉਂਕਿ ਇਹਨਾਂ ਦੋਹਾਂ ਨੂੰ ਵਾਹਨ ਦੀ ਟੱਕਰ ਲੱਗੀ। ਇਹ ਮਾਮਲਾ 3 ਵਜੇ ਕਰੀਬ 12200 ਬਲਾਕ ਤੋਂ ਸਾਹਮਣੇ ਆਇਆ। RCMP ਦੇ ਦੱਸਣ ਮੁਤਾਬਕ ਦੋਨਾਂ ਲੜਕੀਆਂ ਦੀ ਉਮਰ 15 ਸਾਲ ਦੇ ਕਰੀਬ ਹੈ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਇਲਾਵਾ ਵਾਹਨ ਨੂੰ ਚਲਾਉਣ ਵਾਲੇ ਡਰਾਈਵਰ ਨੂੰ ਕੋਈ ਵੀ ਸੱਟਾਂ ਨਾ ਆਉਣ ਦੀ ਜਾਣਕਾਰੀ ਦਿੱਤੀ ਗਈ। ਇਹ ਡਰਾਈਵਰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਰਹੀ ਤੇ ਇਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਹਾਦਸਾ ਇੱਥੇ ਕਿਵੇਂ ਵਾਪਰਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਇਸ ਤੋਂ ਇਲਾਵਾ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 604 278 1212 ਦੇ ਉੱਪਰ ਕਾਲ ਕਰਕੇ ਬਾਕੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਤੁਰਕੀ ਦੇ ਸੀਰੀਆ ਵਿੱਚ ਜੋ ਜ਼ਬਰਦਸਤ ਭੂਚਾਲ ਆਇਆ ਉਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਅੰਕੜੇ ਦੱਸਦੇ ਨੇ ਕਿ ਮੌਤਾਂ ਦਾ ਇਹ ਅੰਕੜਾ ਜਾਣੀ ਕਿ ਗਿਣਤੀ 25000 ਤੋਂ ਪਾਰ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ਵਿੱਚ ਕਾਫੀ ਹਿੱਸਿਆਂ ਅੰਦਰ 3 ਮਹੀਨਿਆਂ ਲਈ ਐਮਰਜੈਂਸੀ ਦਾ ਵੀ ਐਲਾਨ ਕੀਤਾ ਗਿਆ। ਮੌਜੂਦਾ ਸਮੇਂ ਰੈਸਕਿਊ ਟੀਮਾਂ ਜੁਟੀਆਂ ਹੋਈਆਂ ਨੇ। ਆਪਣੇ ਕੰਮ ਦੇ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਬਾਹਰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਟਰਕੀ ਤੇ ਸੀਰੀਆ ਵਿੱਚ ਭੂਚਾਲ ਵੱਲੋਂ ਭਿਆਨਕ ਤਬਾਹੀ ਮਚਾਈ ਗਈ। ਇਨ੍ਹਾਂ ਹਿੱਸਿਆਂ ਵਿੱਚ ਕਾਫੀ ਨੁਕਸਾਨ ਹੋ ਚੁੱਕਿਆ। ਮੌਤਾਂ ਦਾ ਅੰਕੜਾ 25000 ਨੂੰ ਪਾਰ ਕਰ ਚੁੱਕਿਆ। ਜੀ ਹਾਂ, ਤੁਰਕੀ ਤੇ ਸੀਰੀਆ ਵਿੱਚ ਜੋ ਭਿਆਨਕ ਭੂਚਾਲ ਆਇਆ ਉਸ ਨੂੰ 5 ਦਿਨ ਦਾ ਸਮਾਂ ਹੋ ਚੁੱਕਿਆ ਪਰ ਅਜੇ ਵੀ ਬਚਾਅ ਕਾਰਜ ਚਲਾਏ ਜਾ ਰਹੇ ਨੇ। ਮੌਤਾਂ ਦਾ ਅੰਕੜਾ ਮੌਜੂਦਾ ਸਮੇਂ 25000 ਤੋਂ ਵੱਧ ਦੱਸਿਆ ਜਾ ਰਿਹਾ ਹੈ। ਟਰਕੀ ਦੇ ਰਾਸ਼ਟਰਪਤੀ ਵੱਲੋਂ ਜੋ ਹਾਲ ਹੀ ਵਿੱਚ ਬਿਆਨ ਦਿੱਤਾ ਗਿਆ ਉੱਥੇ ਉਹਨਾਂ ਨੇ ਕਿਹਾ ਕਿ ਟਰਕੀ ਵਿੱਚ 21000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ ਸੀਰੀਆ ਵਿੱਚ ਇਹ ਅੰਕੜਾ 3000 ਤੋਂ ਵੱਧ ਦਾ ਦੱਸਿਆ ਜਾ ਰਿਹਾ ਹੈ। ਇਕੱਲੇ ਟਰਕੀ ਵਿੱਚ ਹੀ 80000 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਮੌਜੂਦਾ ਸਮੇਂ ਬਚਾਅ ਕਾਰਜ ਚਲਾਏ ਜਾ ਰਹੇ ਨੇ ਜਿੱਥੇ ਕਈਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਰੈਸਕਿਊ ਟੀਮਾਂ ਆਪਣੇ ਕੰਮ ਵਿੱਚ ਜੁਟੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਕਈ ਪਰਿਵਾਰਕ ਮੈਂਬਰਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਭੂਚਾਲ ਪ੍ਰਭਾਵਿਤ ਹਿੱਸਿਆਂ ਵਿੱਚ 3 ਮਹੀਨਿਆਂ ਲਈ ਐਮਰਜੈਂਸੀ ਦਾ ਵੀ ਐਲਾਨ ਕੀਤਾ ਗਿਆ। ਅਲੱਗ-ਅਲੱਗ ਦੇਸ਼ਾਂ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤੇ ਕਈਆਂ ਦੇਸ਼ਾਂ ਵੱਲੋਂ ਆਪਣੀਆਂ ਰੈਸਕਿਊ ਟੀਮਾਂ ਵੀ ਭੇਜੀਆਂ ਗਈਆਂ ਨੇ ਤਾਂ ਕਿ ਜਲਦ ਤੋਂ ਜਲਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਇੱਥੇ ਜੋ ਹਾਲਾਤ ਬਣੇ ਹੋਏ ਨੇ ਸਮੇਂ-ਸਮੇਂ ਤੇ ਇਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ। ਦੇਖਿਆ ਜਾ ਸਕਦਾ ਹੈ ਕਿ ਇਹਨਾਂ ਦੋ ਹਿੱਸਿਆਂ ਵਿੱਚ ਕਿਸ ਤਰ੍ਹਾਂ ਭੂਚਾਲ ਨੇ ਭਾਰੀ ਤਬਾਹੀ ਮਚਾਈ। ਘਰ ਵਿੱਚ ਧਮਾਕਾ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਉਮਰ 50 ਸਾਲ ਤੋਂ ਵੱਧ ਦੱਸੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਇਸ ਦੀ ਪਹਿਚਾਣ ਵੀ ਜਨਤਕ ਕੀਤੀ। ਸੈਨ ਫ੍ਰਾਂਸਿਸਕੋ ਦੇ ਇੱਕ ਘਰ ਵਿੱਚ ਧਮਾਕਾ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਘਟਨਾ ਬਾਰੇ ਵਧੇਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 53 ਸਾਲਾ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇੱਕ ਘਰ ਵਿੱਚ ਧਮਾਕੇ ਦਾ ਮਾਮਲਾ ਸਾਹਮਣੇ ਆਇਆ। ਇਹ ਘਟਨਾ 4:30 ਦੇ ਕਰੀਬ ਵਾਪਰੀ ਹੈ। ਸੈਨ ਫ੍ਰਾਂਸਿਸਕੋ ਪੁਲਿਸ ਵਿਭਾਗ ਅਤੇ ਇਨਵੈਸਟੀਗੇਟਰਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਸਸਪੈਕਟ ਨੂੰ ਕਿੱਥੋਂ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ। ਸਸਪੈਕਟ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ ਜਿਸ ਦਾ ਨਾਮ ਡੈਰਨ ਜੋ ਕਿ ਸੈਨ ਫ੍ਰਾਂਸਿਸਕੋ ਦੇ ਨਾਲ ਜੁੜਿਆ ਹੋਇਆ ਦੱਸਿਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਇਹ ਮਾਮਲਾ 22 ਐਵਨਿਊ ਦੇ 1700 ਬਲਾਕ ਤੋਂ ਸਾਹਮਣੇ ਆਇਆ। ਸੂਤਰਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਕਈ ਧਮਾਕੇ ਹੋਣ ਤੋਂ ਬਾਅਦ ਫਾਇਰ ਫਾਈਟਰਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤੇ ਉਹਨਾਂ ਵੱਲੋਂ ਇੱਥੇ ਬਚਾਅ ਕਾਰਜ ਚਲਾਏ ਗਏ। ਫਿਲਹਾਲ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਅਜੇ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 57544444 ਦੇ ਉੱਪਰ
ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਇਨਫੋਰਮੇਸ਼ਨ ਦੇ ਵਿੱਚ ਇਹਨਾਂ तमाम ਗੱਲਾਂ ਦਾ ਪੁਲਿਸ ਵਿਭਾਗ ਵੱਲੋਂ ਜ਼ਿਕਰ ਕੀਤਾ ਗਿਆ ਹੈ। 에ਅਰਪੋਰਟ ਦੇ ਉੱਪਰ ਇੱਕ ਹਾਦਸਾ ਵਾਪਰਿਆ, ਜਿੱਥੇ ਜਹਾਜ਼ ਤੇ ਬੱਸ ਦੀ ਟੱਕਰ ਹੋਈ ਹੈ। ਹਾਦਸੇ ਕਾਰਨ 5 ਜਾਣੇ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 4 ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। 5ਵੇਂ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਇਲਾਜ ਮੁਹੱਈਆ ਕਰਵਾਇਆ ਗਿਆ। ਇਸ ਹਾਦਸੇ ਬਾਰੇ ਹੋਰ ਕੀ ਕੁਝ ਦੱਸਿਆ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। 에ਅਰਪੋਰਟ ਤੇ ਹਾਦਸਾ ਵਾਪਰਿਆ, ਜਿੱਥੇ ਹਵਾਈ ਜਹਾਜ਼ ਤੇ ਬੱਸ ਦੀ ਟੱਕਰ ਹੋਈ ਹੈ। ਹਾਦਸੇ ਤੋਂ ਬਾਅਦ 4 ਜਾਣਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਹ ਮਾਮਲਾ LA 에ਅਰਪੋਰਟ ਤੋਂ ਸਾਹਮਣੇ ਆਇਆ, ਜਿੱਥੇ ਬੱਸ ਅਤੇ ਜਹਾਜ਼ ਦੀ ਲਾਸ ਏਂਜਲਸ ਇੰਟਰਨੈਸ਼ਨਲ 에ਅਰਪੋਰਟ ਤੇ ਟੱਕਰ ਹੋ ਗਈ। ਇਸ ਦੌਰਾਨ 5 ਜਾਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। 에ਅਰਪੋਰਟ ਵੱਲੋਂ ਟਵਿੱਟਰ ਦੇ ਉੱਪਰ ਵੀ ਇਸ ਬਾਰੇ ਅਪਡੇਟ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਵੱਲੋਂ ਵੀ ਇਸ ਬਾਰੇ ਦੱਸਿਆ ਗਿਆ ਕਿ 4 ਜਾਣਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਦਕਿ ਇੱਕ ਵਿਅਕਤੀ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਇਲਾਜ ਮੁਹੱਈਆ ਕਰਵਾਇਆ ਗਿਆ। ਜਿਸ ਵੇਲੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਉਸ ਦੌਰਾਨ ਉਸ ਵਿੱਚ ਇੱਕ ਹੀ ਵਿਅਕਤੀ ਸਵਾਰ ਸੀ ਤੇ ਉਹ ਕੰਮ ਕਰਨ ਵਾਲਾ ਵਰਕਰ ਦੱਸਿਆ ਗਿਆ। ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਪੀੜਤਾਂ ਦੀ ਪਹਿਚਾਣ ਅਜੇ ਨਹੀਂ ਦੱਸੀ ਗਈ ਤੇ ਨਾ ਹੀ ਉਹਨਾਂ ਬਾਰੇ ਕੋਈ ਹੋਰ ਡਿਟੇਲ ਦਿੱਤੀ ਗਈ ਹੈ। ਅਮਰੀਕਾ ਦੇ 에ਅਰ ਸਪੇਸ ਦੇ ਵਿੱਚ ਇੱਕ ਹੋਰ ਚੀਜ਼ ਉੜਦੀ ਹੋਈ ਦਿਖਾਈ ਦਿੱਤੀ, ਜਿਸ ਨੂੰ ਹੇਠਾਂ ਸੁੱਟ ਦਿੱਤਾ ਗਿਆ। ਵਾਈਟ ਹਾਊਸ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਾਈਡਨ ਨੇ ਉਹਨਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਇਸ ਨੂੰ ਹੇਠਾਂ ਸੁੱਟ ਦਿੱਤਾ ਜਾਵੇ। ਇਸ ਤੋਂ ਪਹਿਲਾਂ ਇੱਕ ਜਾਸੂਸੀ ਗੁਬਾਰਾ 에ਅਰ ਸਪੇਸ ਦੇ ਵਿੱਚ ਦਾਖਲ ਹੋਇਆ ਸੀ, ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ। ਅਮਰੀਕਾ ਦੀ 에ਅਰ ਸਪੇਸ ਵਿੱਚ ਇੱਕ ਹੋਰ ਚੀਜ਼ ਉੜਦੀ ਹੋਈ ਦਿਖਾਈ ਦਿੱਤੀ, ਜਿਸ ਨੂੰ ਹੇਠਾਂ ਸੁੱਟ ਦਿੱਤਾ ਗਿਆ। ਵਾਈਟ ਹਾਊਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਚੀਜ਼ ਨੂੰ ਹੇਠਾਂ ਸੁੱਟਣ ਦੇ ਆਰਡਰ ਰਾਸ਼ਟਰਪਤੀ ਬਾਈਡਨ ਵੱਲੋਂ ਦਿੱਤੇ ਗਏ। ਇਸ ਮਾਮਲੇ ਬਾਰੇ ਕੀ ਹੈ ਉਹਨਾਂ ਦਾ ਕਹਿਣਾ, ਆਓ ਤੁਹਾਨੂੰ ਸੁਣਾਉਂਦੇ ਹਾਂ। Yes, the president absolutely was involved in this decision. He ordered it at the recommendation of Pentagon leaders. He wanted it taken down, and they did that. They did it using fighter aircraft assigned to U.S. Northern Command. The Pentagon will have more to say about the details of this later on this afternoon. It's only just within the last hour. We're calling this an object because that's the best description we have right now. We do not know who owns it, whether it's state-owned or corporate-owned or privately owned. We just don't know. We don't know. As I said, state-owned. We don't know if it's state-owned, and we don't understand the full purpose. We don't have any information that would confirm a stated purpose for this object. We do expect to be able to recover the debris. Since it fell not only within our territorial space, but on what we believe is frozen water, so a recovery effort will be made, and we're hopeful that it'll be successful, and then we can learn a little bit more about it. Was its appearance like the Chinese aircraft? No, it was much smaller than the spy balloon that we took down last Saturday. The way it was described to me was roughly the size of a small car, as opposed to a payload that was like 2 or 3 buses size, right? So much smaller, and not of the same, no significant payload, if you will. And lastly, is it now the policy of the United States that if unidentified aircraft are over U.S. territory, that it is likely the president will choose to shoot it down? The president will always act in the best interest of our national security and in the safety and security of the American people. ਅਮਰੀਕਾ ਵਿੱਚ ਭਾਰਤੀ ਮੂਲ ਦੀ ਇੱਕ ਲੜਕੀ ਲਾਪਤਾ ਹੋਈ ਹੈ, ਜੋ ਕਿ ਪੁਲਿਸ ਅਧਿਕਾਰੀਆਂ ਵੱਲੋਂ ਲੱਭੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੱਚੀ ਭੱਜ ਗਈ, ਕਿਉਂਕਿ ਉਸ ਨੂੰ ਡਰ ਹੈ ਕਿ ਪਰਿਵਾਰ ਡਿਪੋਰਟ ਹੋ ਸਕਦਾ ਹੈ। ਇਸ ਬੱਚੀ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਸ ਦੀ ਪਹਿਚਾਣ ਤੇ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ। ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੀ ਵਿਦਿਆਰਥਣ ਲਾਪਤਾ ਦੱਸੀ ਜਾ ਰਹੀ ਹੈ। ਇਹ ਵਿਦਿਆਰਥਣ ਕਾਫੀ ਹਫ਼ਤਿਆਂ ਤੋਂ ਲਾਪਤਾ ਹੈ, ਜਿਸ ਤੋਂ ਬਾਅਦ ਮਾਂ-ਬਾਪ ਮੌਜੂਦਾ ਸਮੇਂ ਕਾਫੀ ਚਿੰਤਾ ਵਿੱਚ ਨੇ। ਅਧਿਕਾਰੀਆਂ ਵੱਲੋਂ ਵੀ ਇਸ ਬਾਰੇ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਦਰਅਸਲ ਇਹ ਮਾਮਲਾ ਅਮਰੀਕਾ ਦੇ ਅਰਕਾਨਸਸ ਸੂਬੇ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ 14 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ 3 ਹਫ਼ਤੇ ਤੋਂ ਵੱਧ ਸਮੇਂ ਤੋਂ ਲਾਪਤਾ ਦੱਸੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਪੁਲਿਸ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਲੜਕੀ ਅਮਰੀਕਾ ਛੱਡਣ ਦੇ ਡਰ ਤੋਂ ਕਿਤੇ ਚਲੀ ਗਈ ਹੈ, ਕਿਉਂਕਿ ਉਸਦੇ ਪਿਤਾ ਨੂੰ ਤਕਨੀਕੀ ਉਦਯੋਗ ਵਿੱਚ ਛਾਂਟੀ ਦੇ ਦੌਰਾਨ ਨੌਕਰੀ ਵਿੱਚ ਕਟੌਤੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਵਿਭਾਗ ਨੇ ਕਿਹਾ ਕਿ ਆਰਕਾਨਸਸ ਦੀ ਵਸਨੀਕ ਤਨਵੀ ਨੂੰ ਆਖਰੀ ਵਾਰ 17 ਜਨਵਰੀ ਨੂੰ ਉਸਦੇ ਗੁਆਂਢ ਵਿੱਚ ਦੇਖਿਆ ਗਿਆ। ਇਸ ਦੌਰਾਨ ਉਹ ਸਕੂਲ ਬੱਸ ਵਿੱਚ ਰਵਾਨਾ ਹੋਈ ਸੀ। ਤਸਵੀਰਾਂ ਵੀ ਉਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਨੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੰਨਦੇ ਨੇ ਕਿ ਉਸਦੇ ਭੱਜਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਸਦੇ ਪਰਿਵਾਰ ਨੂੰ ਡਿਪੋਰਟ ਕੀਤੇ ਜਾਣ ਦਾ ਡਰ ਹੈ। ਰਿਪੋਰਟ ਮੁਤਾਬਕ ਤਨਵੀ ਦੇ ਮਾਂ-ਬਾਪ ਦਾ ਮੰਨਣਾ ਹੈ ਕਿ ਉਹਨਾਂ ਦੀ ਧੀ ਪਰਿਵਾਰ ਦੀ ਇਮੀਗ੍ਰੇਸ਼ਨ ਸਥਿਤੀ ਕਾਰਨ ਭੱਜ ਗਈ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਉਹ ਕਈ ਸਾਲਾਂ ਤੋਂ ਅਮਰੀਕਾ ਵਿੱਚ ਕਾਨੂੰਨੀ ਤੌਰ ਦੇ ਉੱਪਰ ਰਹਿ ਰਹੇ ਨੇ, ਕੰਮ ਕਰ ਰਹੇ ਨੇ ਅਤੇ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੇ ਉਹਨਾਂ ਨੂੰ ਰੋਕ ਦਿੱਤਾ ਹੈ। ਇਸ ਤੋਂ ਇਲਾਵਾ ਪਤਾ ਚੱਲਿਆ ਕਿ ਲਾਪਤਾ ਤਨਵੀ ਦੇ ਪਿਤਾ ਜੋ ਕਿ ਟੈਕਨੋਲੋਜੀ ਕੰਪਨੀ ਵਿੱਚ ਕੰਮ ਕਰਦੇ ਹਨ, ਉਹਨਾਂ ਨੂੰ ਟੈਕਨੋਲੋਜੀ ਖੇਤਰ ਵਿੱਚ ਚੱਲ ਰਹੀ ਸ਼ਾਂਤੀ ਕਾਰਨ ਆਪਣੀ ਨੌਕਰੀ ਗਵਾਉਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਤਨਵੀ ਦੇ ਪਿਤਾ ਨੇ ਇਹ ਸੂਚਨਾ ਦਿੱਤੀ ਹੈ ਕਿ ਉਸਨੂੰ ਹੁਣ ਆਪਣੀ ਨੌਕਰੀ ਗਵਾਉਣ ਦਾ ਖਤਰਾ ਨਹੀਂ ਹੈ ਤੇ ਉਹ ਇਸ ਸਮੇਂ ਦੇਸ਼ ਛੱਡਣ ਦੀ ਸਥਿਤੀ ਵਿੱਚ ਨਹੀਂ ਹੈ। ਸਪਾਈ ਬੈਲੂਨ ਦਾ ਮਾਮਲਾ ਇਨੀ ਦਿਨੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਵੀ ਇਸ ਨੂੰ ਲੈ ਕੇ ਟਿੱਪਣੀ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਬਾਏ ਅਮਰੀਕਨਸ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ। ਚੀਨ ਦੇ ਸਪਾਈ ਬੈਲੂਨ ਨੂੰ ਲੈ ਕੇ ਕੈਨੇਡਾ ਦੀ ਰੱਖਿਆ ਮੰਤਰੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਉਹਨਾਂ ਵੱਲੋਂ ਬਾਏ ਅਮਰੀਕਾ ਦੇ ਉੱਪਰ ਵੀ ਟਿੱਪਣੀ ਕੀਤੀ ਗਈ ਹੈ। ਹਾਲ ਹੀ ਵਿੱਚ ਇੱਕ ਸਪਾਈ ਬੈਲੂਨ US 에ਅਰਸਪੇਸ ਵਿੱਚ ਦਾਖਲ ਹੋਇਆ, ਜਿਸ ਤੋਂ ਬਾਅਦ ਉਸ ਨੂੰ ਹੇਠਾਂ ਸੁੱਟ ਦਿੱਤਾ ਗਿਆ। ਉਸ ਦਿਨ ਤੋਂ ਹੀ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ ਵੱਲੋਂ ਵੀ ਲਗਾਤਾਰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਮੰਤਰੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We worked very closely with NORAD to ensure that we were analyzing and watching the trajectory of the balloon, and we continue to work with NORAD in that respect. The analysis of the balloon and contents, etc., that was referenced in your class question is what the United States is undertaking on its own. We're not part of that. So we don't know whether it picked up anything valuable in Canada? That's the analysis that they're doing in terms of retrieval of the balloon. And do we know whether there was any attempt made to jam its signals on the way from Canada or not? We are still working with NORAD to ensure that we have full information. Why didn't Canada shoot the balloon down when it was over our territory? We were, as I mentioned, examining the trajectory and analyzing the balloon, including the height of the balloon and the contents of the balloon, and determined that it posed no imminent risk to Canadians at all. And of course, we were watching it very carefully to ensure that we were doing what is necessary to protect Canadians, and we were doing that in the context of the NORAD relationship, of course, so that when the United States made that decision to shoot it down, Secretary Austin did thank Canada because we were making these decisions jointly about imminent threats. So were we not worried that the balloon was going to pick up intel from us when it was over our territory? What we were making sure is that there was no threat to Canadians, and the analysis about any further intelligence gathering is ongoing right now. Could you describe, like, how did you find out about it? Like, where were you, or the Prime Minister? Because I don't think people know how that worked. It's a very interesting question because I was on my way to urgent meetings in Ottawa when I was pulled into a room for more urgent meetings relating to the balloons, and that happened. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੇ ਵੀਜ਼ੇ ਬਾਰੇ ਟਰੂਡੋ ਨੇ ਦਿੱਤਾ ਭਰੋਸਾ, TR ਵੀਜ਼ੇ ਵੱਲ ਦਿੱਤਾ ਜਾ ਰਿਹਾ ਧਿਆਨ। 3 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਵੱਡੀ ਖਬਰ, ਕਈਆਂ ਨੂੰ ਮਿਲੇ PR ਦੇ ਸੱਦੇ। ਟੋਰਾਂਟੋ ਦੇ ਮੇਅਰ ਨੇ ਦਿੱਤਾ ਅਸਤੀਫਾ, ਕਾਰਨ ਨੇ ਕੀਤਾ ਕਈਆਂ ਨੂੰ ਹੈਰਾਨ। ਹੈਲਥ ਫੰਡਿੰਗ ਦੀ ਬੈਠਕ ਤੋਂ ਪਹਿਲਾਂ ਬੋਲੇ ਫੋਰਡ, ਸੋਮਵਾਰ ਨੂੰ ਹੋਵੇਗੀ ਅਹਿਮ ਬੈਠਕ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।